ਪੂਰੀ ਦੁਨੀਆ 'ਚ ਕਰੋਨਾ ਨਾਮ ਦੀ ਮਹਾਮਾਰੀ ਫੈਲੀ ਹੋਈ ਹੈ। ਕਰੋਨਾ ਦੇ ਨਾਲ ਤਾਂ ਜਿੱਥੇ ਪੂਰੀ ਦੁਨੀਆ ਜੂਝ ਰਹੀ ਹੈ, ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਬੈਠੇ ਹੋਏ ਬਸ਼ਿੰਦੇ ਇਸ ਬਿਮਾਰੀ ਦੇ ਨਾਲ ਜੂਝ ਰਹੇ ਨੇ। ਪਰ ਵੱਡੀ ਸਮੱਸਿਆ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੁਲਕਾਂ ਦੀ ਅਰਥ ਵਿਵਸਥਾ ਹੈ ਉਹ ਕਿਸ ਪਾਸੇ ਨੂੰ ਜਾਵੇਗੀ ਤੇ ਇਸ ਨੂੰ ਬੈਕ ਟੂ ਬੇਸਿਕ ਕਿਵੇਂ ਲਿਆਂਦਾ ਜਾਵੇਗਾ, ਇਹ ਸਭ ਤੋਂ ਵੱਡਾ ਸਵਾਲ ਹੈ। ਪੰਜਾਬ ਵੀ ਜਿਹੜਾ ਕਿ ਐਗਰੀਕਲਚਰ ਸਟੇਟ ਹੈਗੀ ਹੈ, ਸਵਾਲ ਇਹ ਹੈ ਕਿ ਹੁਣ ਪੰਜਾਬ ਨੂੰ ਮੂਲ ਧਾਰਾ 'ਚ ਵਾਪਸ ਕਿਵੇਂ ਲਿਆਂਦਾ ਜਾਵੇਗਾ। ਸਾਡੇ ਨਾਲ ਸਰਕਾਰ ਦੇ ਵਿਧਾਇਕ ਪ੍ਰਗਟ ਸਿੰਘ ਇਸ ਵੇਲੇ ਮੌਜੂਦ ਨੇ। ਪ੍ਰਗਟ ਜੀ, ਸਭ ਤੋਂ ਇੰਪੋਰਟੈਂਟ ਸਵਾਲ ਇਹ ਹੈ ਕਿ ਹਰ ਚੀਜ਼ ਨੂੰ ਜਿਹੜੀ ਰੰਗਤ ਹੈ ਉਹ ਕਰੋਨਾ ਦੀ ਦਿੱਤੀ ਜਾ ਰਹੀ ਹੈ ਤੇ ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਸਾਰੀਆਂ ਚੀਜ਼ਾਂ ਦਾ ਸਬਰ ਇਸ ਗੱਲ ਕਰਕੇ ਕਰ ਲਿਆ ਜਾਵੇ ਕਿ ਕਰੋਨਾ ਕਰਕੇ ਆ ਨਹੀਂ ਹੋਇਆ ਜਾਂ ਕਰੋਨਾ ਕਰਕੇ ਕਿਉਂ ਨਹੀਂ ਹੋਇਆ। ਸਿਸਟਮ ਕਿਸ ਚੀਜ਼ ਲਈ ਬਣਾਇਆ ਜਾਂਦਾ ਹੈ, ਸਿਸਟਮ ਤੇ ਸਰਕਾਰ ਇਸ ਕਰਕੇ ਚੁਣੀ ਜਾਂਦੀ ਹੈ ਕਿ ਇਹਨਾਂ ਚੁਣੌਤੀਆਂ ਦੇ ਨਾਲ ਨਿਪਟੇ, ਨਹੀਂ ਤਾਂ ਫਿਰ ਲੋਕ ਆਪਣੇ ਆਪ ਵੀ ਚੀਜ਼ਾਂ ਕੰਟਰੋਲ ਕਰ ਲੈਣਗੇ। ਤੁਸੀਂ ਮਹਿਸੂਸ ਕਰਦੇ ਹੋ ਕਿ ਆਉਣ ਵਾਲੇ ਸਮੇਂ 'ਚ ਤੁਹਾਡੀ ਸਰਕਾਰ ਤੇ ਇਹ ਸਭ ਤੋਂ ਵੱਡਾ ਸਵਾਲ ਖੜਾ ਹੋਵੇਗਾ ਕਿ ਆਖਿਰਕਾਰ ਸਰਕਾਰ ਨੇ ਕੀਤਾ ਕੀ ਹੈ? ਨਹੀਂ, ਸਵਾਲ ਤਾਂ ਹੁਣ ਹੀ ਖੜਾ ਹੈਗਾ। ਦੇਖੋ, ਆ ਥੋੜ੍ਹੇ ਦਿਨ ਪਹਿਲਾਂ ਐਕਸਾਈਜ਼ ਪਾਲਿਸੀ ਦਾ ਰੌਲਾ ਪਿਆ। ਦੇਖੋ, ਗਵਰਨਮੈਂਟ ਆਫ ਇੰਡੀਆ ਨੇ ਆ ਜਿਹੜਾ ਪੈਕੇਜ ਵੀ ਅਨਾਊਂਸ ਕੀਤਾ, ਕਿਉਂਕਿ ਐਗਰੇਰੀਅਨ ਸਟੇਟ ਹੈ ਤੇ ਗਵਰਨਮੈਂਟ ਆਫ ਇੰਡੀਆ ਨੇ ਤਾਂ ਸਾਨੂੰ ਕੁਝ ਦਿੱਤਾ ਨਹੀਂ ਹੈ। ਔਰ ਵੈਸੇ ਵੀ ਕਿਉਂਕਿ ਮੈਂ ਪਿੱਛੇ ਜਿਹੇ 3-4 ਮਹੀਨੇ ਪਹਿਲਾਂ ਇੱਕ ਚਿੱਠੀ ਲਿਖੀ ਸੀ, ਉਹਦੇ ਵਿੱਚ ਬੇਸਿਕਲੀ ਜਿਹੜੀ ਹਿਟਲਰ ਦੀ ਬਾਇਓਗ੍ਰਾਫੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਕਿਤਾਬ ਸੀ ਨਾ, ਉਹ ਸੁਖਬੀਰ ਸਿੰਘ ਬਾਦਲ ਨੂੰ ਭੇਜੀ ਸੀ। ਉਹਦੇ ਪਿੱਛੇ ਰੀਜ਼ਨ ਹੈ ਕਿ ਜਿਹੜੀ ਸਾਡਾ ਥਾਟ ਪ੍ਰੋਸੈਸ ਆ ਉੱਦਾਂ ਦਾ ਚੱਲਦਾ, ਕਿਉਂਕਿ ਹਰ ਚੀਜ਼ ਨੂੰ ਸੈਂਟਰਲਾਈਜ਼ ਕਰਨਾ। ਔਰ ਉਹ ਸੈਂਟਰਲਾਈਜੇਸ਼ਨ ਦੇ ਵਿੱਚ ਆਫਟਰ ਕਰੋਨਾ ਜਾਂ ਈਵਨ ਬਿਫੋਰ ਕਰੋਨਾ ਸਾਡੀ ਜ਼ਿੰਮੇਵਾਰੀ ਸਟੇਟਾਂ ਦੀ ਹੋਰ ਵੀ ਵੱਧ ਜਾਂਦੀ ਆ ਵੀ, ਕਿਉਂਕਿ ਜਦੋਂ ਉਹਨਾਂ ਕੋਲ ਮੇਜਰ ਚੰਕ ਤਾਂ ਪੈਸਿਆਂ ਦਾ ਉਹਨਾਂ ਕੋਲ ਚਲੇ ਜਾਂਦਾ, ਟੈਕਸ ਉਹਨਾਂ ਕੋਲ ਸਾਰੇ ਚਲੇ ਜਾਂਦੇ। ਸਾਡਾ ਤਾਂ GST ਦਾ ਵੀ 4500 ਕਰੋੜ ਰੁਪਈਆ ਨਹੀਂ ਦਿੱਤਾ। ਔਰ ਉਹੋ ਜਿਹੇ ਹਾਲਾਤਾਂ ਦੇ ਵਿੱਚ ਸਾਨੂੰ ਜ਼ਿਆਦਾ ਇਸ ਗੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਵੀ ਅਸੀਂ ਕਿਹੜੇ ਸੋਰਸਸ ਆ ਉਹਨੂੰ ਸਟੇਟ ਲਈ ਬੈਸਟ ਯੂਜ਼ ਕਿੱਦਾਂ ਕਰਨੇ ਆ, ਤਾਂ ਕਿ ਤਨਖਾਹਾਂ ਦੀ ਜਿੱਥੇ ਗੱਲ ਹੈ, ਜਿੱਥੇ ਹੋਰ ਡਿਵੈਲਪਮੈਂਟ ਦੀ ਗੱਲ ਆ, ਆਪਾਂ ਆਤਮ ਨਿਰਭਰ ਹੋ ਜਾਈਏ। ਕਿਉਂਕਿ ਪੰਜਾਬ ਤੇ ਆਲਰੇਡੀ 2.5 ਲੱਖ ਕਰੋੜ ਦਾ ਕਰਜ਼ਾ। ਸਰਕਾਰ ਦੇ ਨਾਲ ਜਦੋਂ ਪ੍ਰਗਟ ਸਿੰਘ ਜੀ ਗੱਲ ਕੀਤੀ ਜਾਂਦੀ ਹੈ ਤਾਂ ਸਰਕਾਰ 4-5 ਹਜ਼ਾਰ ਕਰੋੜ ਰੁਪਏ ਜਿਹੜਾ ਕਿ ਸੈਂਟਰ ਵਾਲੇ ਪਾਸੇ ਖੜਾ ਉਹਦਾ ਹਵਾਲਾ ਦੇਣ ਲੱਗਦੀ ਹੈ, ਪਰ 4-5 ਹਜ਼ਾਰ ਕਰੋੜ ਰੁਪਈਆ ਤਾਂ ਚੀਜ਼ ਹੀ ਕੁਛ ਨਹੀਂ ਹੁੰਦਾ। ਹੁਣ ਸਾਰਾ ਭਾਂਡਾ ਸੈਂਟਰ ਦੇ ਸਿਰ ਤੇ ਭੰਨ ਦਿੱਤਾ ਜਾਵੇ ਜਾਂ ਫਿਰ ਸਰਕਾਰ ਦੀ ਆਪਦੀ ਵੀ ਕੋਈ ਨਲਾਇਕੀ ਹੈਗੀ ਹੈ ਕਿ ਕੋਈ ਪਲਾਨਿੰਗ ਨਹੀਂ ਹੈ ਸਰਕਾਰ ਦੇ ਕੋਲ? ਨਹੀਂ, ਮੈਂ ਭਾਂਡੇ ਭੰਨਣ ਦੀ ਗੱਲ ਨਹੀਂ ਕਰਦਾ। ਮੈਂ ਤਾਂ ਕਹਿੰਦਾ ਵੀ ਸਾਨੂੰ ਜਦੋਂ ਆਪਣੀ ਜਿਹੜੀ ਗੱਲ ਹੈਗੀ ਆ ਉਹਨੂੰ ਵੀ ਅਸੀਂ ਤਾਂ ਠੀਕ ਕਰੀਏ ਨਾ, ਕਿਉਂਕਿ ਸਾਡੇ ਕੋਲ ਦੋ ਚੀਜ਼ਾਂ ਜਿਹਦੇ ਤੋਂ ਰੈਵਨਿਊ ਆਉਂਦਾ, ਇੱਕ ਮਾਈਨਿੰਗ ਆ ਤੇ ਇੱਕ ਐਕਸਾਈਜ਼ ਹੈ। ਐਕਸਾਈਜ਼ ਦੇ ਵਿੱਚ ਜੇ ਕਾਰਪੋਰੇਸ਼ਨ ਬਣ ਜਾਂਦੀ ਤਾਂ ਘੱਟੋ ਘੱਟ ਵੀ 10,000 ਕਰੋੜ ਰੁਪਈਆ ਜਿਹੜਾ ਉਹਦੇ ਤੋਂ ਰੈਵਨਿਊ ਜਨਰੇਟ ਹੋ ਸਕਦਾ ਸੀ, ਜਿਹੜਾ ਅਸੀਂ 4.5 ਤੇ ਹਰ ਸਾਲ ਤੇ ਨਿਬੜ ਜਾਂਦੇ ਆ। ਸੋ ਸਾਨੂੰ ਰੋਕਦਾ ਕੌਣ ਆ? ਮੈਂ ਤਾਂ ਸਿਰਫ ਇੰਨਾ ਹੀ ਆ ਕਿ ਆਪਣੇ ਜਿਹੜੇ ਕਈ ਵਾਰੀ ਸਾਡੇ ਮਿਨਿਸਟਰ ਜਿਹੜੇ ਆ ਉਹ ਜਦੋਂ ਮੀਟਿੰਗ ਤੋਂ ਬਾਹਰ ਨਿਕਲਦੇ ਆ ਉਦੋਂ ਹੋਰ ਗੱਲ ਕਰਦੇ ਆ। ਸਾਨੂੰ ਨਹੀਂ ਪਤਾ ਵੀ ਅੱਜ ਤੱਕ 3 ਸਾਲਾਂ ਦੇ ਵਿੱਚ ਇਹ ਬਣ ਨਹੀਂ ਸਕੀ। ਸਿਮਿਲਰਲੀ ਮਾਈਨਿੰਗ ਹੈਗੀ ਆ। ਔਰ ਦੂਸਰੀ ਗੱਲ ਹੈ, ਮੈਂ ਕਿਉਂਕਿ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਆ, MLAs ਦੀ ਰਿਸਪੈਕਟ ਹੋਣੀ ਚਾਹੀਦੀ ਆ। ਬਟ ਐਟ ਦਾ ਸੇਮ ਟਾਈਮ ਜਿੱਥੇ ਆਪਾਂ ਖੜੇ ਆ, ਕਿਉਂਕਿ ਮੇਰੇ ਕੁਲੀਗਸ MLA ਹੈਗੇ ਆ, ਉਹ ਲਾਈਨ ਸਾਡੇ ਖੜਨ ਦੀ ਨਹੀਂ ਹੈ। ਸਾਡੇ ਖੜਨ ਦੀ ਲਾਈਨ ਤਾਂ ਇਹ ਆ ਵੀ ਹਾਂ ਵੀ ਇਹ ਜਿਹੜੀਆਂ ਪਾਲਿਸੀਜ਼ ਆ, ਚਾਹੇ ਪਾਵਰ ਪਰਚੇਜ਼ ਐਗਰੀਮੈਂਟ ਹੋਏ, ਚਾਹੇ ਡਰੱਗਸ ਦੀ ਗੱਲ ਹੋਈ, ਚਾਹੇ 31,000 ਕਰੋੜ ਰੁਪਏ ਦੀ ਗੱਲ ਹੋਈ, ਚਾਹੇ ਇਹ ਜਿੰਨੀਆਂ ਚੀਜ਼ਾਂ ਵੀ ਹੈਗੀਆਂ, ਇਹ ਜੇ ਅਸੀਂ ਇਹਨਾਂ ਨੂੰ ਸਾਹਮਣੇ ਨਹੀਂ ਲਿਆਵਾਂਗੇ, ਇਹਦੇ 'ਤੇ ਕੰਮ ਨਹੀਂ ਕਰਾਂਗੇ ਤੇ ਸਮਾਂ ਕਿਸੇ ਲਈ ਵੇਟ ਨਹੀਂ ਕਰਦਾ। ਸਮਾਂ ਜਿਹੜਾ ਉਹ ਬੜਾ ਬਲਵਾਨ ਹੁੰਦਾ, ਕਿਉਂਕਿ 10 ਸਾਲ ਅਕਾਲੀ ਦਲ ਨੇ ਉਹਦੇ 'ਤੇ ਨਿਗਾਹ ਲਿਆ, 3 ਸਾਲ ਅਸੀਂ ਨਿਗਾਹ ਲਿਆ, ਅਤੇ ਆਉਣ ਵਾਲੇ ਸਮੇਂ 'ਚ ਲੋਕਾਂ ਨੇ ਸਾਨੂੰ ਬਹੁਤਾ ਮਾਫ ਨਹੀਂ ਕਰਨਾ ਹੈਗਾ। ਔਰ ਸਭ ਤੋਂ ਜਿਹੜੀ ਮੈਨੂੰ ਤਕਲੀਫ ਹੁੰਦੀ ਆ ਉਹ ਇਸ ਗੱਲ 'ਤੇ ਹੁੰਦੀ ਆ ਕਿ ਬੰਦੇ ਆਉਂਦੇ ਆ ਚਲੇ ਜਾਂਦੇ ਆ, ਪਾਰਟੀਆਂ ਆਉਂਦੀਆਂ ਚਲੇ ਜਾਂਦੀਆਂ, ਪਰ ਪੰਜਾਬ ਇੰਨਾ ਕੁ ਪਿੱਛੇ ਜਿਹੜਾ ਰਹਿ ਜਾਊਗਾ, ਉਹਨੂੰ ਕੋਪ ਅਪ ਕਰਨਾ ਸਾਡੇ ਲਈ ਬਹੁਤ ਆਉਣ ਵਾਲੇ ਸਮੇਂ 'ਚ ਮੁਸ਼ਕਿਲ ਹੋ ਜਾਊਗਾ। ਸੋ ਇਸ ਕਰਕੇ ਵਰਤਮਾਨ ਸਮੇਂ ਦੀ ਗੱਲ ਕਰੀਏ, ਇਕੱਠੇ ਹੋ ਕੇ ਜਿਹੜੀਆਂ ਚੀਜ਼ਾਂ ਕਰਨ ਵਾਲੀ ਆ ਉਹ ਕਰੀਏ। ਪਰ ਵੱਡਾ ਸਵਾਲ ਇਹ ਹੈ ਕਿ ਗੱਲ ਸਿਰੇ ਕਿਉਂ ਨਹੀਂ ਲੱਗਦੀ? ਨਵਜੋਤ ਸਿੰਘ ਸਿੱਧੂ ਨੂੰ ਵੀ ਮੂਹਰੇ ਲਾਇਆ ਗਿਆ ਸੀ, ਤਾਮਿਲਨਾਡੂ ਭੇਜਿਆ ਗਿਆ, ਉਹਨਾਂ ਨੇ ਆ ਕੇ ਪ੍ਰਪੋਜ਼ਲ ਆਪਣੀ ਰੱਖੀ ਵੀ, ਡਿਸਕਸ਼ਨ ਕਿਉਂ ਨਹੀਂ ਹੁੰਦੀ ਉਹਦੇ 'ਤੇ? ਸਰਕਾਰ ਦੇ ਬਾਰੇ ਇਹ ਪਰਸੈਪਸ਼ਨ ਹੈ ਕਿ ਕਾਂਗਰਸ 'ਚ ਅਫਸਰਸ਼ਾਹੀ ਦੀ ਚੱਲ ਰਹੀ ਹੈ ਤੇ ਲੀਡਰਾਂ ਦੀ ਨਾਮਾਤਰੀ ਚੱਲਦੀ ਹੈ। ਤੁਸੀਂ ਇਸ ਤੱਥ ਨਾਲ ਸਹਿਮਤ ਹੋ? ਨਹੀਂ, ਮੈਂ ਗੱਲ ਇਹ ਆ, ਆਫੀਸਰ ਨੇ ਬਹੁਤ ਸਾਲ ਨੌਕਰੀ ਕੀਤੀ ਹੁੰਦੀ ਆ, ਉਹਨੂੰ ਕਈਆਂ ਚੀਜ਼ਾਂ ਦਾ ਤਜਰਬਾ ਹੁੰਦਾ। ਹੁਣ ਗੱਲ ਇਹ ਆ ਕਿ ਤੁਸੀਂ ਜਿਸ ਚਸ਼ਮੇ ਰਾਹੀਂ ਦੇਖਣਾ ਚਾਹੋਗੇ, ਆਫੀਸਰ ਤੁਹਾਨੂੰ ਉਸ ਚਸ਼ਮੇ ਦੇ ਵਿੱਚ ਉਤਾਰ ਦਊਗਾ।
ਇਹ ਤਾਂ ਤੁਹਾਡਾ ਇੰਟੈਲੀਜੈਂਸ ਆ, ਤੁਹਾਡੀ ਜਿਹੜੀ ਆ ਉਹ ਵਿਜ਼ਨ ਹੈਗੀ ਆ ਕਿ ਹਾਂ ਵੀ ਤੁਸੀਂ ਉਹਨੂੰ ਕਿੱਧਰ ਨੂੰ ਲੈ ਕੇ ਜਾਣਾ, ਤੁਸੀਂ ਕੀ ਕਰਾਉਣਾ ਚਾਹੁੰਦੇ ਆ। ਔਰ ਉਹ ਜਿਹੜਾ ਹੋ ਜਾਂਦਾ, ਕੋਈ ਇਹੋ ਜਿਹੀ ਗੱਲ ਨਹੀਂ ਹੈ ਵੀ ਨਹੀਂ ਹੁੰਦਾ। ਸਾਡੀ ਵਿਲ ਹੋਣੀ ਚਾਹੀਦੀ ਆ, ਪੋਲੀਟੀਕਲ ਲੀਡਰਸ਼ਿਪ ਦੀ ਵਿਲ ਹੋਣੀ ਚਾਹੀਦੀ ਆ, ਕਿਉਂਕਿ ਹਮੇਸ਼ਾ ਜਦੋਂ ਰਾਜ ਦੀ ਗੱਲ ਆਉਂਦੀ ਆ ਤੇ ਰਾਜ ਤਾਂ ਕੈਪਟਨ ਅਮਰਿੰਦਰ ਸਿੰਘ ਦਾ, ਕਰਨ ਅਵਤਾਰ ਸਿੰਘ ਦਾ ਰਾਜ ਤਾਂ ਨਹੀਂ ਹੈਗਾ ਜੀ, ਠੀਕ ਹੈ ਨਾ। ਤੇ ਸੋ ਇਸ ਕਰਕੇ ਸਾਨੂੰ ਐਕਟ ਕਰਨਾ ਚਾਹੀਦਾ, ਜਿਹੜੀ ਗੱਲ ਠੀਕ ਆ ਉਹਦੇ ਤੇ ਪਹਿਰਾ ਦੇਣਾ ਚਾਹੀਦਾ। ਵਜ੍ਹਾ ਕੀ ਹੈ? ਤੁਸੀਂ ਵੀ ਲੰਬੇ ਸਮੇਂ ਤੋਂ ਗੱਲ ਰੱਖੀ ਆ, ਹੋਰ ਵੀ ਕਈ ਤੁਹਾਡੇ ਕੁਲੀਗ ਜਿਹੜੇ ਐਮਐਲਏ ਹੈਗੇ ਨੇ ਉਹਨਾਂ ਨੇ ਦੱਬੀ ਆਵਾਜ਼ 'ਚ ਵੀ ਗੱਲ ਕੀਤੀ ਹੈ, ਪਰ ਪਰਦੇ ਤੇ ਆ ਕੇ ਵੀ ਗੱਲ ਕੀਤੀ ਹੈ, ਸਾਹਮਣੇ ਆ ਕੇ ਵੀ ਗੱਲ ਕੀਤੀ। ਤੁਹਾਡੇ ਨਾਲ ਵੀ ਪਹਿਲਾਂ ਮੇਰਾ ਇੰਟਰਵਿਊ ਹੋਇਆ, ਤੁਸੀਂ ਬੜਾ ਵਿਵਾਕ ਤਰੀਕੇ ਦੇ ਨਾਲ ਗੱਲ ਰੱਖੀ, ਤੁਸੀਂ ਚਿੱਠੀਆਂ ਵੀ ਲਿਖੀਆਂ, ਤੁਹਾਡੀ ਸੀਐਮ ਸਾਹਿਬ ਦੇ ਨਾਲ ਮੁਲਾਕਾਤ ਵੀ ਹੋਈ। ਮੁਲਾਕਾਤ ਤੋਂ ਬਾਅਦ ਵੀ ਹਾਲੇ ਤੱਕ ਵੀ ਮਸਲੇ ਤਾਂ ਹੱਲ ਕਿਉਂ ਨਹੀਂ ਨਿਕਲਦਾ? ਵਜ੍ਹਾ ਕੀ ਹੈਗੀ ਹੈ? ਕਿਉਂ ਕਰਨਾ ਤਾਂ ਸੀਐਮ ਸਾਹਿਬ ਨੇ ਨਾ। ਸੀਐਮ ਸਾਹਿਬ ਦੀ ਇਹੋ ਜਿਹੀ ਕੀ ਮਜਬੂਰੀ ਹੈ ਪ੍ਰਗਟ ਸਿੰਘ ਜੀ ਕਿ ਜਿਹੜਾ ਉਹ ਕਰਦੇ ਨਹੀਂ? ਦੇਖੋ ਮੈਨੂੰ ਐਂ ਲੱਗਦਾ ਹੁੰਦਾ ਵੀ ਦੇਖੋ ਸਾਡੇ ਨਾ ਜਿਹੜੀ ਇਹ ਪੋਲੀਟੀਕਲ ਫਾਰਮੇਸ਼ਨ ਹੋ ਗਈ ਆ, ਹਰ ਜਿਹੜੀ ਪਾਵਰ ਦੀ ਸੈਂਟਰਲਾਈਜੇਸ਼ਨ ਆ ਇਹ ਵੀ ਮਾੜੀ ਆ। ਕਿਉਂਕਿ ਦੇਖੋ ਮੈਂ ਖਿਡਾਰੀ ਰਿਹਾ, ਕੱਲਾ ਖਿਡਾਰੀ ਨਾ ਜਿਤਾ ਸਕਦਾ ਨਾ ਹਰਾ ਸਕਦਾ, ਲੇਕਿਨ ਹਰ ਬੰਦਾ ਆਪਣੀ ਆਪਣੀ ਸਾਈਡ ਤੇ ਠੀਕ ਖੇਡੇ ਤੇ ਟੀਮਾਂ ਉਹੀ ਜਿੱਤਦੀਆਂ ਹੈਗੀਆਂ। ਲੇਕਿਨ ਉੱਦਾਂ ਦਾ ਮਾਹੌਲ ਵੀ ਬਣਾਉਣਾ ਚਾਹੀਦਾ। ਇਹਨੂੰ ਇੱਦਾਂ ਨਾ ਸੋਚਿਆ ਜਾਵੇ ਕਿ ਹੁੰਦਾ ਕੀ ਆ, ਬਿਨਾਂ ਕਿਸੇ ਗੱਲੋਂ ਡਰ, ਬਿਨਾਂ ਕਿਸੇ ਗੱਲੋਂ ਇਸ ਗੱਲ ਦਾ ਡਰ ਵੀ ਪਤਾ ਨਹੀਂ ਮੈਂ ਇਹਦੇ ਵਿੱਚ ਰਹਿਣਾ ਨਹੀਂ ਰਹਿਣਾ। ਯਾਰ ਜੇ ਪੰਜਾਬ ਹੀ ਨਾ ਰਿਹਾ, ਜੇ ਪੰਜਾਬ ਹੀ ਜਿੱਧਰ ਨੂੰ ਜਾ ਰਿਹਾ ਅਸੀਂ ਉੱਧਰ ਨੂੰ ਜਾ ਰਹੇ ਹਾਂ ਮਾੜੇ ਪਾਸੇ ਵੱਲ ਨੂੰ, ਤਾਂ ਫਿਰ ਤੁਸੀਂ ਹੋਏ ਚਾਹੇ ਨਾ ਹੋਏ, ਐਮਐਲਏ ਹੋਵੇ, ਮਿਨਿਸਟਰ ਹੋਵੇ, ਕਿਉਂਕਿ ਬਹੁਤ ਵੱਡੇ ਵੱਡੇ ਸਮਾਂ ਕਿਸੇ ਦੀ ਵੇਟ ਨਹੀਂ ਕਰਦਾ। ਬਹੁਤ ਵੱਡੇ ਵੱਡੇ ਆਏ ਆ, ਬਹੁਤ ਵੱਡਿਆਂ ਨੇ ਆਉਣਾ ਆ, ਕਿਉਂਕਿ ਇਹ ਤਾਂ ਸਮੇਂ ਦੀ ਨਜਾਕਤ ਹੈ। ਕਿਉਂਕਿ ਜੇ ਅਸੀਂ ਅੱਜ ਨਹੀਂ ਖੜੇ ਹੋਵਾਂਗੇ ਤਾਂ ਫਿਰ ਸਾਨੂੰ ਐਟਲੀਸਟ ਪੰਜਾਬ ਨਹੀਂ ਮਾਫ ਕਰੂਗਾ, ਕਿਉਂਕਿ ਸਾਨੂੰ ਤਾਂ ਪੰਜਾਬ ਨਾਲ ਖੜਨ ਦੀ ਜ਼ਰੂਰਤ ਹੈਗੀ ਆ। ਪਰ ਤੁਸੀਂ ਮਹਿਸੂਸ ਕਰਦੇ ਹੋ ਕਿ ਇਕੱਠੇ ਨਾ ਹੋਣ ਦੀ ਵਜ੍ਹਾ ਸਿਰਫ ਕੁਰਸੀ ਖੁੱਸਣ ਦਾ ਡਰ ਨਹੀਂ ਹੈ, ਬਲਕਿ ਬਹੁਤ ਸਾਰੇ ਮੰਤਰੀਆਂ ਸੰਤਰੀਆਂ ਦੀਆਂ ਆਪਣੀਆਂ ਹਿੱਸੇਦਾਰੀਆਂ ਵੀ ਇਹਨਾਂ ਚੀਜ਼ਾਂ 'ਚ ਹੈਗੀਆਂ ਨੇ? ਨਹੀਂ ਦੇਖੋ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ, ਇਹ ਤਾਂ ਉਹ ਦੱਸ ਸਕਦੇ ਆ। ਪਰ ਮੈਨੂੰ ਤਾਂ ਐਂ ਲੱਗਦਾ ਹੁੰਦਾ ਕਿ ਲੈਟ ਅਸ ਵਰਕ ਫॉर ਪੰਜਾਬ। ਯਾਰ ਪੈਸੇ ਕਿੰਨੇ ਕੁ ਚਾਹੀਦੇ ਆ, ਪੈਸੇ ਕਿੰਨੇ ਕੁ ਜੀਣ ਲਈ ਚਾਹੀਦੇ ਆ। ਸੋ ਇਸ ਕਰਕੇ ਸਾਨੂੰ ਇਹਦੇ ਤੇ ਖੜੇ ਹੋਣ ਦੀ ਜ਼ਰੂਰਤ ਆ, ਔਰ ਇਹੋ ਜਿਹਾ এনवायरमेंट ਕ੍ਰੀਏਟ ਕਰਨ ਦੀ ਜ਼ਰੂਰਤ ਹੈ ਜਿੱਥੇ ਐ ਨਾ ਲੱਗੇ ਵੀ ਜਿਹੜਾ ਗੱਲ ਠੀਕ ਕਹਿੰਦਾ ਉਹਨੂੰ ਐ ਸੋਚਿਆ ਜਾਵੇ ਵੀ ਸ਼ਾਇਦ ਇਹ ਕਿਤੇ ਰਿਬੈਲ ਹੈਗਾ। ਰਿਬੈਲ ਨਹੀਂ ਹੈ, ਉਹ ਤਾਂ ਗੱਲ ਠੀਕ ਕਰਨਾ ਚਾਹੁੰਦਾ, ਗੱਲ ਲਈ ਖੜੇ ਹੋਣਾ ਚਾਹੁੰਦਾ। ਖੜੇ ਹੋ ਕੇ ਪੰਜਾਬ ਨੂੰ ਅਸੀਂ ਤਾਂ ਹੀ ਕੱਢਾਂਗੇ ਜਾਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਵਾਂਗੇ। ਤੇ ਜੇ ਤੁਸੀਂ ਕਹੀ ਜਾਓਗੇ ਤੁਸੀਂ ਵੀ ਬੜੇ ਚੰਗੇ ਤੇ ਮੈਂ ਵੀ ਬੜਾ ਚੰਗਾ, ਤਾਂ ਫਿਰ ਅਲਟੀਮੇਟਲੀ ਤਾਂ ਹੌਲੀ ਹੌਲੀ ਸਿਸਟਮ ਤਾਂ ਡਿਟੀਰੀਓਰੇਟ ਹੋ ਰਿਹਾ। ਪਰ ਇਸ ਦੌਰ 'ਚ ਡਾਇਲੌਗ ਦੀ ਸਭ ਤੋਂ ਜ਼ਿਆਦਾ ਘਾਟ ਨਜ਼ਰ ਆ ਰਹੀ ਹੈ, ਖਾਸ ਤੌਰ 'ਤੇ ਕਾਂਗਰਸ ਜਮਾਤ 'ਚ। ਕਹਿੰਦੇ ਤੁਸੀਂ ਪਹਿਲਾਂ ਵੀ ਕਿਹਾ ਸੀ ਕਿ ਲੀਡਰ ਨੂੰ ਮੀਡੀਆ 'ਚ ਆ ਕੇ ਬੋਲਣ ਦੀ ਲੋੜ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਕਿ ਅੰਦਰ ਬੈਠ ਕੇ ਗੱਲ ਨਾ ਸੁਣੀ ਜਾਵੇ। ਜਾਖੜ ਸਾਹਿਬ ਕਿੱਥੇ ਨੇ? ਗਾਇਬ ਕਿਉਂ ਆ? ਡਾਇਲੌਗ ਕਿਉਂ ਨਹੀਂ ਹੋ ਪਾ ਰਿਹਾ? ਨਹੀਂ ਦੇਖੋ ਜਾਖੜ ਸਾਹਿਬ ਨੂੰ ਵੀ ਦੇਖੋ, ਸਾਡੇ ਪ੍ਰਧਾਨ ਹੈਗੇ ਆ, ਨਾਈਸ ਬੰਦੇ ਹੈਗੇ ਆ, ਵਿਜ਼ਨ ਹੈਗੀ ਆ, ਅਪਰਾਈਟ ਹੈਗੇ ਆ। ਤੇ ਹੁਣ ਸਾਨੂੰ ਬੇਸਿਕਲੀ ਇਕੱਠੇ ਹੋ ਕੇ ਤਾਂ ਤੁਰਨ ਦੀ ਜ਼ਰੂਰਤ ਹੈਗੀ ਆ। ਕਿਉਂਕਿ ਹੁੰਦਾ ਕੀ ਆ, ਕਈ ਵਾਰੀ ਇਕੱਲੇ ਬੰਦੇ ਜਾਂਦੇ ਆ, ਇਕੱਲੇ ਜਾ ਕੇ ਕੀ ਕਹੂਗਾ, ਕਿਉਂਕਿ ਅਲਟੀਮੇਟਲੀ ਉਹ ਉੱਥੇ ਗੱਲਾਂ ਹੋ ਜਾਂਦੀਆਂ, ਗੱਲਾਂ ਹੋ ਕੇ ਉਹਦੇ ਤੋਂ ਬਾਅਦ ਇੰਪਲੀਮੈਂਟੇਸ਼ਨ ਕਿਤੇ ਨਹੀਂ ਹੁੰਦੀ। ਤੇ ਇਸੇ ਤਰ੍ਹਾਂ ਹੀ 3 ਸਾਲ ਲੰਘ ਗਏ, ਇਸੇ ਤਰ੍ਹਾਂ ਹੀ ਸਵਾ ਸਾਲ ਹੋਰ ਲੰਘ ਜਾਣਾ। ਲੇਕਿਨ ਸਾਨੂੰ ਫੇਸ ਕਰਨੀਆਂ ਪੈਣੀਆਂ ਜਦੋਂ ਅਸੀਂ ਅਗਲੀ ਇਲੈਕਸ਼ਨ ਦੇ ਵਿੱਚ ਜਾਵਾਂਗੇ। ਮੈਂ ਕਹਿੰਦਾ ਇਲੈਕਸ਼ਨ ਨੂੰ ਵੀ ਛੱਡੀਏ, ਅਸੀਂ ਪੰਜਾਬ ਨੂੰ ਤਾਂ ਫੇਸ ਕਰਾਂਗੇ ਨਾ, ਪੰਜਾਬ ਦੇ ਲੋਕਾਂ ਨੂੰ ਤਾਂ ਫੇਸ ਕਰਾਂਗੇ। 3 ਕਰੋੜ ਲੋਕਾਂ ਨੇ ਸਾਨੂੰ ਕਸਟੋਡੀਅਨ ਬਣਾਇਆ, ਤੇ ਸਾਨੂੰ ਕਸਟੋਡੀਅਨ ਵਾਲਾ ਰੋਲ ਤਾਂ ਪਲੇ ਕਰਨਾ ਚਾਹੀਦਾ। 3 ਸਾਲ ਹੋ ਗਏ, ਤੁਸੀਂ ਬੜੀ ਸ਼ਾਨਦਾਰ ਗੱਲ ਕਹੀ ਹੈ, ਲਗਾਤਾਰ ਤੁਸੀਂ ਵੀ ਬੋਲ ਰਹੇ ਹੋ, ਹਾਲੇ ਤੱਕ ਸੁਣਵਾਈ ਨਹੀਂ ਹੋਈ ਹੈ, ਸਾਲ ਡੇਢ ਬਾਕੀ ਰਹਿ ਗਿਆ। ਤੁਹਾਨੂੰ ਲੱਗਦਾ ਗੱਲ ਬਣ ਜਾਊਗੀ, ਸਰਕਾਰ ਦੇ ਖਾਨੇ 'ਚ ਗੱਲ ਪਊਗੀ? ਨਹੀਂ, ਮੈਂ ਤਾਂ ਹਮੇਸ਼ਾ ਹੀ ਪੋਜ਼ਿਟਿਵ ਸੋਚ ਰੱਖਦਾ ਹੈਗਾ। ਅੱਛਾ, ਜਦੋਂ ਉੱਠੋ ਉਦੋਂ ਹੀ ਸਵੇਰਾ, ਅੱਜ ਹੀ ਕਰ ਲਓ। ਜਿਹੜਾ ਸਮਾਂ ਲੰਘ ਗਿਆ ਠੀਕ ਆ, ਉਹਦੇ ਤੋਂ ਤੁਸੀਂ ਸਿੱਖ ਸਕਦੇ ਆ, ਆਉਣ ਵਾਲੇ ਸਮੇਂ ਨੂੰ ਵਿਜ਼ੂਅਲਾਈਜ਼ ਕਰ ਸਕਦੇ ਆ। ਬਟ ਅੱਜ ਜਦੋਂ ਉੱਠੇ ਆ, ਅੱਜ ਹੀ ਸਵੇਰਾ ਆ, ਅੱਜ ਹੀ ਕਰ ਲਓ। ਤੁਹਾਡਾ ਲਾਸਟ ਜਿਹੜਾ ਡਾਇਲੌਗ ਹੋਇਆ ਸੀ ਸੀਐਮ ਸਾਹਿਬ ਦੇ ਨਾਲ, ਉਹਦੇ 'ਚ ਤੁਸੀਂ ਕਿਹੜੀਆਂ ਗੱਲਾਂ ਧਿਆਨ 'ਚ ਲਿਆਂਦੀਆਂ ਸੀ? ਉਦੋਂ ਤੁਹਾਨੂੰ ਕੀ ਕਿਹਾ ਗਿਆ? ਨਹੀਂ, ਮੈਂ ਤਾਂ ਉਦੋਂ ਜਿਹੜੀਆਂ 2 ਚਿੱਠੀਆਂ ਲਿਖੀਆਂ ਸੀ, ਉਹਦੇ ਤੋਂ ਬਾਅਦ ਸੀਐਮ ਸਾਹਿਬ ਨੇ ਮੈਨੂੰ ਬੁਲਾਇਆ ਸੀ, ਔਰ ਬਹੁਤੀਆਂ ਗੱਲਾਂ ਤੇ ਉਹ ਐਗਰੀ ਕੀਤੇ ਵੀ ਯੈਸ ਇਹ ਹੋਣੀਆਂ ਚਾਹੀਦੀਆਂ। ਮੈਂ ਨਹੀਂ ਕਹਿੰਦਾ, ਮੰਨ ਲਓ ਸਪੋਜ਼ ਇਰੀਗੇਸ਼ਨ ਸਕੈਮ ਹੋਇਆ, ਉਹਦੇ ਵਿੱਚ ਕੁਛ IAS ਅਫਸਰਾਂ ਦੀ ਭੂਮਿਕਾ ਆਈ, ਡਰੱਗ ਸਕੈਮ ਹੋਇਆ, ਉਹਦੇ ਵਿੱਚ ਕੁਛ ਪੁਲਿਸ ਅਫਸਰਾਂ ਦੀ ਭੂਮਿਕਾ ਆਈ ਆ। ਮੈਂ ਕਹਿੰਦਾ ਜੇ ਇਨਵੈਸਟੀਗੇਟ ਕਰਕੇ ਉਹਨਾਂ ਨੂੰ ਕਲੀਨ ਚਿੱਟ ਦੇ ਦਿਓ, ਜੇ ਠੀਕ ਹੈਗੇ ਆ ਤਾਂ ਠੀਕ ਆ, ਇਹਦੇ 'ਚ ਕੀ ਪ੍ਰੋਬਲਮ ਆ। ਪਰ ਜੇ ਤੁਸੀਂ ਸਾਫ਼ ਨਹੀਂ ਹੁੰਦੇ ਤਾਂ ਫਿਰ ਜਿਹੜੇ ਬੇਅਦਬੀ ਵਾਲੇ ਇਸ਼ੂਜ਼ ਹੈਗੇ ਆ, ਈਵਨ ਜਿਹੜਾ 31,000 ਕਰੋੜ ਰੁਪਈਆ ਰੀਕਨਸਾਈਲੇਸ਼ਨ ਦਾ ਹੈਗਾ ਆਪਣੇ ਫੂਡ ਸਕੈਮ ਦਾ,
ਜੇ ਉਹਦੇ ਵਿੱਚ ਜਿਹੜੀ ਚੀਜ਼ ਵੀ ਅਪਡੇਟ ਹੈਗੀ ਆ ਸਾਨੂੰ ਕਹਿਣੀ ਚਾਹੀਦੀ ਆ ਗਵਰਨਮੈਂਟ ਸਾਈਡ ਤੋਂ, ਕਿਉਂ ਨਹੀਂ ਕਹਿਣੀ ਚਾਹੀਦੀ? ਉਹਦੇ ਨਾਲ ਹੋਊਗਾ ਕਿ ਲੋਕਾਂ 'ਚ ਵਿਸ਼ਵਾਸ ਪੈਦਾ ਹੋਊਗਾ ਕਿ ਹਾਂ ਵੀ ਇਹਨਾਂ ਨੇ ਆਹ ਕੀਤਾ, ਇਹਦੇ ਵਿੱਚੋਂ ਆਹ ਨਿਕਲਿਆ, ਰਿਐਲਿਟੀ ਆਹ ਹੈਗੀ ਆ। ਤੇ ਜਦੋਂ ਅਸੀਂ ਕਹਿੰਦੇ ਨਹੀਂ ਤੇ ਸਾਨੂੰ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਦੇ ਵਿੱਚ, ਕਿਉਂਕਿ ਤੁਸੀਂ ਲੋਕੀ ਜਿਹੜੇ ਡੈਮੋਕ੍ਰੇਸੀ ਦਾ ਚੌਥਾ ਥੰਮ ਹੋ, ਤੁਸੀਂ ਲੋਕੀ ਸਾਨੂੰ ਪੁੱਛਦੇ ਆ ਵੀ ਹਾਂ ਵੀ ਇਹਦਾ ਨੂੰ ਅਸੀਂ ਗਾਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਜੇ ਅਸੀਂ ਮੰਨਾਂਗੇ ਹੀ ਨਾ ਟੀਮ ਲੀਡਰ ਹੈਗੇ ਉਹ ਬਦਲੇ ਜਾਣੇ ਚਾਹੀਦੇ ਆ, ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਐਗਜ਼ਿਸਟਿੰਗ ਜਿਹੜੀ ਲੀਡਰਸ਼ਿਪ ਹੈਗੀ ਆ ਉਹਦੇ ਨਾਲ ਗੱਲਬਾਤ ਬਣ ਜਾਊਗੀ? ਦੇਖੋ, ਕੈਪਟਨ ਅਮਰਿੰਦਰ ਸਿੰਘ ਵਿਜ਼ਨਰੀ ਹੈਗੇ ਆ। ਇਹ 2017 'ਚ ਵੋਟਾਂ ਉਹਨਾਂ ਦੇ ਨਾਂ ਨੂੰ ਪਈਆਂ, ਪਰ ਹੁਣ 3 ਸਾਲ ਦੀ ਜਿਹੜੀ ਪਰਫਾਰਮੈਂਸ ਆ ਉਹਦੇ ਵਿੱਚ ਕਿੰਤੂ ਪਰੰਤੂ ਹੈਗੇ ਆ। ਕਿਉਂਕਿ ਜੇ ਤਾਂ ਕਰਦੇ ਆ ਤਾਂ ਠੀਕ ਹੈ, ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਜੇ ਤਾਂ ਦੇਖੋ ਗੱਲ ਬੜੀ ਸਾਫ਼ ਸੁਥਰੀ ਆ ਵੀ ਜਿਹੜੇ ਆਹ ਇਸ਼ੂਜ਼ ਹੈਗੇ ਆ, ਆਈਦਰ ਯੂ ਸੋਲਵ ਇਟ, ਠੀਕ ਹੈ ਨਾ। ਤੇ ਨਹੀਂ ਤਾਂ ਸਾਰਿਆਂ ਨੂੰ ਸੋਚਣ ਲਈ ਕਿਤੇ ਨਾ ਕਿਤੇ ਤਾਂ ਇਕੱਠੇ ਤਾਂ ਹੋਣਾ ਚਾਹੀਦਾ। ਇਕੱਠੇ ਹੋਣਾ ਚਾਹੀਦਾ ਇਸ ਲਈ ਨਹੀਂ ਵੀ ਹਾਂ ਵੀ ਇਹਨੂੰ ਬਦਲ ਦਿਓ, ਇਕੱਠੇ ਹੋਣਾ ਚਾਹੀਦਾ ਵੀ ਆਹ ਹੋਣ ਦੀ ਜ਼ਰੂਰਤ ਹੈਗੀ ਆ। ਤੁਹਾਡਾ ਇਹਦੇ ਤੇ ਕੀ ਜਿਹੜਾ ਹੈਗਾ ਰਿਐਕਸ਼ਨ ਆ? ਤੁਸੀਂ ਬੇਸਿਕਲੀ ਕੋਈ ਮਜਬੂਰੀ ਆ ਦੱਸੋ, ਜੇ ਕਿਤੇ ਕੋਈ ਇਹੋ ਜਿਹੀ ਚੀਜ਼ ਹੈਗੀ ਆ ਜਿਹੜੀ ਬਾਕੀਆਂ ਨੂੰ ਨਹੀਂ ਪਤਾ, ਤੁਹਾਨੂੰ ਪਤਾ, ਉਹਨਾਂ ਨੂੰ ਦੱਸ ਦਿਓ ਵੀ ਭਾਈ ਆਹ ਮਜਬੂਰੀ ਹੈਗੀ ਆ ਜਾਂ ਇੱਥੇ ਹੈਗੀ ਗੱਲ। ਜਦੋਂ ਦੇਖੋ ਸਭ ਤੋਂ ਟੌਪ ਮੋਸਟ ਜਿਹੜੇ ਇੰਟਰਸਟ ਆ ਉਹ ਸਟੇਟ ਦੇ ਹੋਣੇ ਚਾਹੀਦੇ ਆ ਜੀ। ਇੰਡੀਵਿਜੂਅਲ ਇੱਥੇ ਮੈਟਰ ਨਹੀਂ ਕਰਦਾ। ਮੈਂ ਹਮੇਸ਼ਾ ਸਿਸਟਮ ਲਈ ਖੜਦਾ, ਸਿਸਟਮ ਲਈ ਲੜਦਾ ਕਿ ਯਾਰ ਸਿਸਟਮ ਖੜਾ ਹੋਣਾ ਚਾਹੀਦਾ। ਜਿਹੜੇ ਪੈਸੇ ਆ ਉਹ ਸਰਕਾਰੀ ਖਜ਼ਾਨੇ 'ਚ ਆਉਣੇ ਚਾਹੀਦੇ ਆ, ਕਿਉਂਕਿ ਅਲਟੀਮੇਟਲੀ ਜੇ ਸਰਕਾਰੀ ਖਜ਼ਾਨੇ 'ਚ ਆਉਣਗੇ ਤਾਂ ਅਸੀਂ ਕੁਛ ਨਾ ਕੁਛ ਚੰਗੀਆਂ ਚੀਜ਼ਾਂ ਕਰ ਲਾਂਗੇ। ਕਿਉਂਕਿ ਜਿਸ ਘਰ 'ਤੇ ਕਰਜ਼ਾ ਹੋ ਜਾਂਦਾ ਉਹ ਘਰ ਵੀ ਕਿਤੇ ਨਾ ਕਿਤੇ ਵਿਕ ਜਾਂਦਾ, ਘਰ ਦੀ ਜ਼ਮੀਰ ਵਿਕ ਜਾਂਦੀ ਆ, ਘਰ ਦਾ ਸਾਰਾ ਕੁਝ ਵਿਕ ਜਾਂਦਾ। ਹੌਲੀ ਹੌਲੀ ਡਿਟੀਰੀਓਰੇਸ਼ਨ ਹੋ ਰਹੀ ਆ ਜਿਹਨੂੰ ਅਸੀਂ ਵਿਜ਼ੂਅਲਾਈਜ਼ ਨਹੀਂ ਕਰ ਰਹੇ, ਜਿਹਨੂੰ ਅਸੀਂ ਇਹ ਸੋਚ ਨਹੀਂ ਰਹੇ ਕਿ ਸਾਡਾ ਆਉਣ ਵਾਲਾ ਸਮਾਂ ਜਿਹੜਾ ਅਸੀਂ ਤਾਂ ਚਲੇ ਜਾਣਾ, ਕਿਉਂਕਿ ਇੱਥੇ ਕਿਸੇ ਨੇ ਬੈਠੇ ਨਹੀਂ ਰਹਿਣਾ। ਕੋਈ ਇੱਕ ਵਾਰੀ, ਕੋਈ 2 ਵਾਰੀ, ਅੱਜ ਕਿਤੇ ਆ, ਕੱਲ੍ਹ ਨੂੰ ਕਿਤੇ ਆ, ਪਰਸੋਂ ਨੂੰ ਕਿਤੇ ਆ, ਲੇਕਿਨ ਪੰਜਾਬ ਨੇ ਤਾਂ ਇੱਥੇ ਰਹਿਣਾ ਨਾ। ਤੇ ਜਿਹੜਾ ਪੰਜਾਬ ਇਹੋ ਜਿਹਾ ਵਧੀਆ ਪੰਜਾਬ, ਮੈਨੂੰ ਲੱਗਦਾ ਇੱਦਾਂ ਦਾ এনवायरमेंट, ਇੱਦਾਂ ਦੀ ਧਰਤੀ, ਇੱਦਾਂ ਦਾ ਪੌਣ ਪਾਣੀ ਕਿਤੇ ਨਹੀਂ ਸੀ। ਤੇ ਅਸੀਂ 72-73 ਸਾਲਾਂ 'ਚ ਉਹਦਾ ਕੀਤਾ ਕੀ ਆ? ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਪੁੱਛਣਗੀਆਂ ਕੀ ਵੀ ਤੁਸੀਂ ਵੀ ਕਿਤੇ ਨਾ ਕਿਤੇ ਉੱਥੇ ਇੱਕ ਲਾਈਨ ਜੀ ਤੁਹਾਡੇ ਨਾਂ ਦੀ ਵੀ ਬੋਲਦੀ ਸੀ, ਤੁਸੀਂ ਕੀ ਕੀਤਾ? ਤੇ ਅਸੀਂ ਇਹੀ ਕਵਾਂਗੇ ਨਾ ਵੀ ਅਸੀਂ ਇੰਨੀ ਡਿਟੀਰੀਓਰੇਸ਼ਨ ਕੀਤੀ। ਇੱਕ ਹੋਰ ਗੱਲ ਦਾ ਬੜਾ ਜ਼ਬਰਦਸਤ ਵੈਕਿਊਮ ਹੋ ਗਿਆ ਪ੍ਰਗਟ ਸਿੰਘ ਜੀ, ਕਿ ਲੋਕ ਕਹਿੰਦੇ ਆ ਕਿ ਇਸ ਦੌਰ ਦੇ ਵਿੱਚ ਜੇਕਰ ਇੱਕ ਕਿਸਾਨ ਦਾ, ਇੱਕ ਜੱਟ ਦਾ ਪੱਠੇ ਵੱਢਣ ਦਾ ਸਮਾਂ ਨਿਰਧਾਰਤ ਹੋ ਸਕਦਾ ਹੈ, ਦੁਕਾਨਾਂ ਖੋਲ੍ਹਣ ਤੇ ਬੰਦ ਹੋਣ ਦਾ ਸਮਾਂ ਨਿਰਧਾਰਤ ਹੋ ਸਕਦਾ ਹੈ, ਪਿੰਡਾਂ 'ਚ ਘਰਾਂ 'ਚੋਂ ਬਾਹਰ ਨਿਕਲਣ ਤੇ ਅੰਦਰ ਜਾਣ ਦਾ ਸਮਾਂ ਨਿਰਧਾਰਤ ਹੋ ਸਕਦਾ ਹੈ, ਤਾਂ ਸਰਕਾਰ ਸਾਰਾ ਕੁਝ ਹੀ ਕਰ ਸਕਦੀ ਹੈ। ਇਹਦਾ ਮਤਲਬ ਸਰਕਾਰ ਦੀ ਨੀਤੀ ਤੇ ਨੀਅਤ ਦੋਵਾਂ 'ਚ ਖੋਟ ਹੈ। ਜਿਵੇਂ ਕਿ ਹੁਣ এনवायरमेंट ਦੀ ਗੱਲ ਕਰ ਲਓ, ਕੁਦਰਤ ਨੇ ਆਪਣੇ ਆਪ ਰੀਫਰੈਸ਼ ਬਟਨ ਦਬਾਇਆ ਤੇ ਅੱਜ ਏਅਰ ਕੁਆਲਿਟੀ ਸਾਡੀ ਇੰਪਰੂਵ ਹੋ ਗਈ। ਅੱਜ ਸਾਰੀਆਂ ਸਿਸਟਮ, ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿੰਦੇ ਕਿ ਅੱਜ OPD ਘਟ ਗਈ, ਐਮਰਜੈਂਸੀ ਘਟ ਗਈ। ਉਹੀ ਲੋਕ ਜਿਹੜੇ ਕਹਿੰਦੇ ਸੀ ਹਸਪੀਟਲ ਤੋਂ ਬਿਨਾਂ ਸਰਦਾ ਨਹੀਂ, ਅੱਜ ਉਹੀ ਲੋਕ ਘਰਾਂ 'ਚ ਬੈਠੇ ਆ। ਇਹਨਾਂ ਤਮਾਮ ਗੱਲਾਂ ਦੇ ਨਾਲ ਤੁਸੀਂ ਸਹਿਮਤ ਹੋ? ਤੁਸੀਂ ਵੀ ਇਹ ਗੱਲਾਂ ਸੁਣਦੇ ਹੋ, ਤੁਹਾਡੇ ਕੰਨੀ ਇਹ ਗੱਲਾਂ ਪੈਂਦੀਆਂ ਨੇ ਕਿ ਲੋਕ ਕਹਿੰਦੇ ਨੇ ਕਿ ਸਖਤੀ ਹੋਣੀ ਚਾਹੀਦੀ ਹੈ? ਦੇਖੋ, ਮੈਂ ਕਹਿੰਦਾ ਸਿਸਟਮ ਇਨ ਪਲੇਸ ਹੋਣਾ ਚਾਹੀਦਾ, ਉਹਦੇ ਵਿੱਚ ਕੋਈ ਬੰਦਾ ਵੀ ਹੋਵੇ, ਇਹ ਵੀ ਉਸੇ ਦਾ ਹੀ ਪਾਰਟ ਹੈ। ਇਹ ਵੀ ਉਹਦਾ ਹੀ ਪਾਰਟ ਹੈਗਾ। ਕਿਉਂਕਿ ਸਾਨੂੰ ਦੇਖੋ ਐਕਚੁਅਲੀ ਸੋਢੀ ਸਾਹਿਬ ਸੱਚੀ ਗੱਲ ਤਾਂ ਇਹ ਆ ਵੀ ਜਿਹੜੇ ਪੋਲੀਟੀਸ਼ੀਅਨ ਆ ਨਾ, ਇਹ ਤਾਂ ਵਿਆਹਾਂ ਭੋਗਾਂ ਲਈ ਰੱਖ ਲਏ ਲੋਕਾਂ ਨੇ। ਦੇਖੋ ਸਾਨੂੰ ਸਾਰਿਆਂ ਨੂੰ ਕਲੈਕਟਿਵਲੀ, ਕਿਉਂਕਿ ਦੇਖੋ ਸੋਸ਼ਲ ਗੈਦਰਿੰਗ ਤੇ ਜਾਣਾ ਚਾਹੀਦਾ, ਸੋਸ਼ਲ ਉਹਦੇ ਤੇ ਜਾਣਾ ਚਾਹੀਦਾ, ਬਟ ਐਟ ਦਾ ਸੇਮ ਟਾਈਮ ਯਾਰ ਕੰਮ ਜ਼ਿਆਦਾ ਇੰਪੋਰਟੈਂਟ ਆ। ਇਹਨਾਂ ਮਸਲਿਆਂ ਤੇ ਵੈਸੇ ਪ੍ਰਗਟ ਸਿੰਘ ਜੀ ਲੀਡਰ ਗੱਲਾਂ ਕਰਦੇ ਵੀ ਹੈ ਕਿ ਹੋਰ ਤਰ੍ਹਾਂ ਦੇ ਪ੍ਰੈਸ਼ਰ ਹੀ ਬੜੇ ਆ? ਕਰਦੇ ਟਾਵੇਂ ਪਰ ਬਹੁਤੇ ਦੇਖੋ ਲੋਕਾਂ ਦੇ ਵੀ ਲੀਡਰਾਂ ਤੇ ਪ੍ਰੈਸ਼ਰ ਹੁੰਦੇ ਆ। ਉਹ ਕਹਿੰਦੇ ਵੀ ਦੇਖੋ ਜੀ ਤੂੰ ਸਾਡੇ ਨਹੀਂ ਆਇਆ, ਤੂੰ ਸਾਡੇ ਨਹੀਂ ਆਇਆ। ਕਿਉਂਕਿ ਦੇਖੋ ਮੈਨੂੰ ਐਂ ਲੱਗਦਾ ਹੁੰਦਾ ਵੀ ਤੁਸੀਂ ਕੰਮ ਵੀ ਕਰੋ, ਲੇਕਿਨ ਸੋਸ਼ਲ ਓਬਲੀਗੇਸ਼ਨ ਉਨੀ ਨਹੀਂ ਹੋਣੀ ਚਾਹੀਦੀ ਜਿੰਨੀ ਬੇਸਿਕਲੀ ਮੈਨੂੰ ਲੱਗਦਾ ਵੀ 90% ਤਾਂ ਲੀਡਰ ਜਿਹੜੇ ਵਿਆਹਾਂ ਭੋਗਾਂ ਤੇ ਰਹਿੰਦੇ ਆ। ਮੈਂ ਮਨਪ੍ਰੀਤ ਬਾਦਲ ਨੂੰ ਹੀ ਸਵਾਲ ਕੀਤਾ ਸੀ, ਮੈਂ ਕਿਹਾ ਕਿ ਤੁਸੀਂ ਮੇਰੇ ਖਿਆਲ ਜਿੰਨੇ ਵੀ ਪੋਲੀਟੀਸ਼ੀਅਨ ਹੈਗੇ ਆ ਸਾਰੇ ਵੈਲ ਟਰੈਵਲਡ ਹੈਗੇ ਆ, ਸਾਰੀ ਦੁਨੀਆ ਦੇ ਤਮਾਮ ਵੱਖ-ਵੱਖ ਮੁਲਕਾਂ 'ਚ ਜਾ ਕੇ ਆਏ ਹੋਏ ਲੀਡਰ ਨੇ, ਤੁਹਾਡੇ ਕੋਲ ਤਾਂ ਮੈਂ ਕਿਹਾ ਤਜਰਬੇ ਬੜੇ ਆ। ਮੇਰੇ ਵਰਗਾ ਪੱਤਰਕਾਰ ਜਦੋਂ ਜਾ ਕੇ ਆਉਂਦਾ ਬਾਹਰਲੇ ਮੁਲਕ ਤਾਂ ਬੜੀ ਚਿੱਟਕ ਆਉਂਦੀ ਆ ਕਿ ਆਹ ਸਿਸਟਮ ਸਾਡੇ ਠੀਕ ਕਿਉਂ ਨਹੀਂ ਹੁੰਦਾ। ਅਸੀਂ ਗੱਲ ਰੱਖ ਸਕਦੇ ਹਾਂ, ਸਾਡੇ ਕੋਲ ਪਾਵਰ ਨਹੀਂ, ਪਰ ਲੀਡਰ ਦੇ ਕੋਲ ਤੱਕ ਉਸ ਨੂੰ ਸਿਸਟਮ 'ਚ ਲਿਆਉਣ ਦੀ, ਪਾਲਿਸੀ 'ਚ ਲਿਆਉਣ ਦੀ ਪਾਵਰ ਹੁੰਦੀ ਆ। ਮਨਪ੍ਰੀਤ ਬਾਦਲ ਦਾ ਜਵਾਬ ਸੀ, ਕਹਿੰਦੇ ਕਿ ਰਮਨ ਜਿਹੋ ਜਿਹਾ ਦੁੱਧ ਉਹੋ ਜਿਹਾ ਮੱਖਣ, ਜਿਹੋ ਜਿਹੇ ਲੋਕ ਉਹੋ ਜਿਹੇ ਲੀਡਰ।
ਤੁਹਾਨੂੰ ਲੱਗਦਾ ਕਿ ਇਹ ਗੱਲ ਸੱਚੀ ਹੈ? ਲੋਕ ਤੁਹਾਨੂੰ ਕਹਿੰਦੇ ਨਹੀਂ ਕਿ 에ਅਰ ਕੁਆਲਿਟੀ ਠੀਕ ਕਰ ਦਿਓ ਜੀ, ਟ੍ਰੈਫਿਕ ਪਾਲਿਸੀ ਠੀਕ ਕਰ ਦਿਓ, ਤੁਹਾਨੂੰ ਵਿਆਹਾਂ ਸ਼ਾਦੀਆਂ ਵਾਸਤੇ ਰੱਖ ਲਿਆ। ਦੇਖੋ ਅਲਟੀਮੇਟਲੀ ਕਿਸੇ ਵੀ ਦੇਸ਼ ਦਾ ਸਿਸਟਮ ਉੱਥੋਂ ਦੇ ਲੋਕਾਂ ਦੇ ਕਿਰਦਾਰ ਦਾ ਸ਼ੀਸ਼ਾ ਹੁੰਦਾ, ਤੇ ਸਾਡਾ ਜਿਹੋ ਜਿਹਾ ਕਿਰਦਾਰ ਆ, ਦੇਖੋ ਉਹਦੇ ਵਿੱਚੋਂ ਹੀ ਪੋਲੀਟੀਸ਼ੀਅਨ ਬਣ ਗਿਆ, ਉਹਦੇ ਵਿੱਚੋਂ ਬਿਊਰੋਕਰੈਟ ਬਣ ਗਿਆ, ਉਹਦੇ ਵਿੱਚੋਂ ਜੁਡੀਸ਼ੀਅਰ 'ਚ ਕੋਈ ਨਾ ਕੋਈ ਚਲੇ ਗਿਆ, ਤੇ ਉਹਦੇ ਵਿੱਚੋਂ ਹੀ ਪੱਤਰਕਾਰ ਬਣ ਗਿਆ। ਡੈਮੋਕ੍ਰੇਸੀ ਦੇ ਚਾਰੇ ਹੀ ਥੰਮ ਆ ਨਾ, ਆਪਾਂ ਇੱਕੋ ਹੀ ਸਮਾਜ ਦੇ ਵਿੱਚੋਂ ਆਏ ਹੈਗੇ ਆ। ਸੋ ਹੈ ਤਾਂ ਉਹ ਆਇਨਾ ਹੀ ਹੁੰਦਾ ਸਾਡੇ ਕਰੈਕਟਰ ਦਾ। ਸੋ ਇਹਦਾ ਮਤਲਬ ਇਹ ਹੋਇਆ ਵੀ ਕਿਤੇ ਨਾ ਕਿਤੇ ਕਰੈਕਟਰ ਨੂੰ, ਕਿਉਂਕਿ ਸਾਨੂੰ ਬੇਸਿਕਲੀ ਸੋਚਣ ਦੀ ਜ਼ਰੂਰਤ ਆ, ਸਾਨੂੰ ਸਮਝਣ ਦੀ ਜ਼ਰੂਰਤ ਆ। ਮੈਂ ਹਮੇਸ਼ਾ ਇਜ਼ਰਾਈਲ ਦੀ ਗੱਲ ਕਰਦਾ ਹੁੰਦਾ ਵੀ ਅਸੀਂ ਵੀ ਉੱਦਾਂ ਦੇ ਹੀ ਹਾਂ, ਅਸੀਂ ਵੀ ਰਿਸਕ ਲੈਂਦੇ ਹਾਂ, ਅਸੀਂ ਵੀ ਕਿਤੇ ਨਾ ਕਿਤੇ ਮਿਹਨਤੀ ਹੈਗੇ ਹਾਂ, ਲੇਕਿਨ ਉਹ ਸੋਚ ਦਾ ਨਜ਼ਰੀਆ ਜਿਹੜਾ ਹੈਗਾ, ਡੀਪ ਥਾਟ ਕਿ ਹਾਂ ਵੀ ਆਉਣ ਵਾਲਾ ਸਮਾਂ ਸਾਡੇ ਲਈ ਕਿਹੋ ਜਿਹਾ ਹੋਊਗਾ ਤੇ ਉਹਦੇ ਲਈ ਸਾਨੂੰ ਕੀ ਕਰਨਾ ਪਊਗਾ ਤੇ ਸਾਡੀ ਇੰਡੀਵਿਜੂਅਲੀ ਕੀ ਰਿਸਪੌਂਸਿਬਿਲਟੀ ਆ। ਮੈਂ ਕਈ ਵਾਰੀ ਸਫਾਈ ਦੀ ਗੱਲ ਕਰਦਾ ਹੁੰਦਾ ਵੀ ਚੰਗੀ ਭਲੀ ਵੱਡੀ ਗੱਡੀ ਦੇ ਵਿੱਚੋਂ ਕੂੜੇ ਵਾਲਾ ਲਿਫਾਫਾ ਲੋਕੀ ਸੜਕ ਤੇ ਸਿੱਟ ਕੇ ਹੋ ਜਾਂਦੇ ਆ, ਲੇਕਿਨ ਉਹ ਸਫਾਈ ਦੀਆਂ ਗੱਲਾਂ ਬਹੁਤ ਕਰਨਗੇ, ਲੇਕਿਨ ਉਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਹਾਂ ਵੀ ਆਪਾਂ ਸਿਸਟਮ ਨੂੰ ਇੰਪਰੂਵ ਕਰੀਏ। ਉਹਦੇ ਵਿੱਚ ਇੰਡੀਵਿਜੂਅਲ ਦਾ ਕੋਈ ਬਹੁਤਾ ਮੈਟਰ ਨਹੀਂ ਕਰਦਾ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਐਮਐਲਏ ਪ੍ਰਗਟ ਸਿੰਘ, ਜਿਨ੍ਹਾਂ ਨੇ ਕਿ ਤਫਸੀਲ ਦੇ ਵਿੱਚ ਗੱਲਬਾਤ ਕੀਤੀ ਹੈ, ਸੂਬਾ ਸਰਕਾਰ ਦਾ ਦਰਵਾਜ਼ਾ ਖੜਕਾਇਆ ਮੀਡੀਆ ਦੇ ਮਾਧਿਅਮ ਕਿ ਸਰਕਾਰ ਨੂੰ ਸੁਚੇਤ ਹੋਣ ਦੀ ਲੋੜ ਹੈ। ਪੰਜਾਬੀ 'ਚ ਕਹਿ ਲਈਏ ਤਾਂ ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਪ੍ਰਗਟ ਸਿੰਘ ਦੇ ਕਹਿਣ ਦੇ ਮੁਤਾਬਕ ਕਿ ਸੂਬੇ ਦੀ ਅਰਥ ਵਿਵਸਥਾ ਨੂੰ ਠੀਕ ਕਰਨ ਦੇ ਲਈ ਦੋ ਜਿਹੜੇ ਫਾਇਦੇਮੰਦ ਜਿਹੜੇ ਪੇਸ਼ੇ ਹੈਗੇ ਨੇ, ਖਾਸ ਤੌਰ 'ਤੇ ਜਿਹੜੀ ਐਕਸਾਈਜ਼ ਪਾਲਿਸੀ ਹੈ ਤੇ ਮਾਈਨਿੰਗ ਹੈ, ਇਹਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ। ਔਰ ਪ੍ਰਗਟ ਸਿੰਘ ਹੋਰਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਸਰਕਾਰ ਦੇ ਵਿੱਚ ਡਾਇਲੌਗ ਦੀ ਕਮੀ ਹੈ। ਜੇਕਰ ਡਾਇਲੌਗ ਦੇ ਵਿੱਚ ਇਜ਼ਾਫਾ ਕੀਤਾ ਜਾਵੇ ਤਾਂ ਤਮਾਮ ਤੌਰ 'ਤੇ ਦੁਨੀਆ ਦੇ ਵੱਡੇ ਵੱਡੇ ਮਸਲੇ ਜਿਹੜੇ ਨੇ ਉਹ ਟੇਬਲ 'ਤੇ ਬੈਠ ਕੇ ਡਿਸਕਸ ਹੋਏ ਨੇ। ਜੇਕਰ ਸਰਕਾਰ ਦੇ ਵਿੱਚ ਵੀ ਡਾਇਲੌਗ ਦੇ ਵਿੱਚ ਇਜ਼ਾਫਾ ਹੁੰਦਾ ਤਾਂ ਇਹਨਾਂ ਮਸਲਿਆਂ ਦਾ ਹੱਲ ਜ਼ਰੂਰ ਕੀਤਾ ਜਾਵੇਗਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸੂਬਾ ਸਰਕਾਰ ਨੂੰ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ। ਕੈਮਰਾਮੈਨ ਸਤਰਾਮ ਸਿੰਘ ਦੇ ਨਾਲ ਰਮਨਦੀਪ ਸਿੰਘ ਸੋਢੀ, ਜਗਬਾਣੀ TV, ਜਲੰਧਰ।